सोहिए सबना दा वेसाहो सतनाम श्री वाहेगुरु साहिब जीओ। ज्योत रूप हर आप गुरु नानक कहाया ताते अंगद पयो तत स्यो तत मिलाया। ज्योत रूप हर आप गुरु नानक कहाया ताते अंगद पया तत स्यो तत मिलाया। अंगद कृपा तार अमर सतगुर थिर किया। अमरदास अमृत छतर गुर राम है दिया। गुर रामदास दर्शन परस कहे मथुरा अमृत बैन। मूरत पंच परमान पुरख गुर अर्जुन पिखो नैन। गुर रामदास दर्शन परस कहे मथुरा अमृत बैन। मूरत पंच परमान पुरख गुर अर्जुन पिखो नैन। वाहिगुरु जी का खालसा वाहिगुरु जी की फतेह। जुगो जुग अटल शब्द गुरु चबर तख्त छतर दे मालक दसां पातशाहियां दी जोत समरथ परतख हाजिर नाजिर सतगुरु वालीए दो जहां हलत पलत दे रखियक धन धन साहिब सतगुरु आद श्री गुरु ग्रंथ साहिब जी महाराज। ऐसे दीन दयाल परोपकारी करना निदान कृपा दी खान सतगुरु पातशाह जी दी अपरे अपार कृपा रहमत बख्श दा सदका दशमेश पिता जी कलगीधर जी पंथ वाली अमृत दे दाते सतगुरु साहिबे कमाल बादशाह दरवेश नीले दे शाहे असवार अरशां फरशां दे मालक
ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਦਿਆਂ ਪਾਵਨ ਗੁਰੂ ਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ ਜਿਨ੍ਹਾਂ ਤੇ ਸਾਹਿਬਾਂ ਨੇ ਕਿਰਪਾ ਕੀਤੀ। ਆਪ ਜੀ ਗੁਰੂ ਬਖਸ਼ੇ ਹੋਏ ਉਦਮ ਉਪਰਾਲੇ ਪ੍ਰੇਰਨਾ ਦੁਆਰਾ ਸਾਹਿਬਾਂ ਜੀ ਦੇ ਮਹਾਨ ਪਾਵਨ ਅਸਥਾਨ ਦੀ ਯਾਤਰਾ ਕਰਦਿਆਂ ਹੋਇਆਂ ਸਾਹਿਬਾਂ ਦੇ ਪਾਵਨ ਦਰਸ਼ਨ ਦੀਦਾਰ ਕਰਦਿਆਂ ਸਤਿਗੁਰੂ ਪਾਤਸ਼ਾਹ ਜੀ ਦੀ ਸੰਗਤ ਪ੍ਰਾਪਤ ਕਰਕੇ ਅੰਮ੍ਰਿਤ ਬਾਣੀ ਰੱਬੀ ਬਾਣੀ ਖਸਮ ਕੀ ਬਾਣੀ ਇਲਾਹੀ ਦਰਗਾਹੀ ਬਾਣੀ ਨੂੰ ਸਰਵਨ ਕਰਨ ਦਾ ਸੁਭਾਗ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਪਾਵਨ ਅਸਥਾਨ 'ਤੇ ਲੜੀਵਾਰ ਗੁਰੂ ਸ਼ਬਦ ਉਪਦੇਸ਼ ਧੁਰ ਕੀ ਬਾਣੀ ਰੱਬੀ ਬਾਣੀ ਖਸਮ ਕੀ ਬਾਣੀ ਦੀ ਵਿਚਾਰ ਚੱਲ ਰਹੀ ਹੈ। ਸਤਿਗੁਰੂ ਜੀ ਦੇ ਦਰੋਂ ਘਰੋਂ ਵਰਸਾਏ ਹੋਏ ਸਾਜੇ ਨਵਾਜੇ ਗੁਰਮੁਖ ਪਿਆਰੇ ਆਤਮ ਗਿਆਨੀ ਨਾਮ ਅਭਿਆਸੀ ਭੱਟ ਸਾਹਿਬਾਨ ਕਵੀ ਸੱਜਣ ਜਿਨ੍ਹਾਂ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਪੰਗਤ ਦੇ ਦੁਆਰਾ ਮਹਾਨ ਦਾਤ ਆਤਮ ਗਿਆਨ ਬ੍ਰਹਮ ਗਿਆਨ ਪ੍ਰਾਪਤ ਕੀਤਾ, ਜੋ ਮਨ ਦੀ ਸ਼ਾਂਤੀ ਟਿਕਾ ਤੇ ਅਡੋਲਤਾ ਕਾਂਸ਼ੀ ਵਿੱਚ ਰਹਿ ਕੇ ਵੇਦ ਧਰਮ ਪੁਸਤਕ ਪੜ੍ਹ ਕੇ ਪ੍ਰਾਪਤ ਨਹੀਂ ਸੀ ਹੋਈ। ਬਹੁਤ ਸਾਰੇ ਸਾਧੂ ਸੰਤਾਂ ਮਹਾਤਮਾ ਦੇ ਕੋਲ ਗਏ ਪਰ ਕੋਈ ਰੰਗ ਨਾ ਲੱਗਾ, ਕੋਈ ਅੰਦਰ ਦੀ ਖੇਡ ਨਾ ਬਣੀ। ਖੋਜੀ ਪੁਰਸ਼ ਸਨ, ਭਾਲ ਕਰਦੇ ਕਰਦੇ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਏ। ਪੰਚਮ ਗੁਰਦੇਵ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦੀਦਾਰ ਹੋਏ। ਸਾਹਿਬਾਂ ਦੀ ਪਹਿਲੀ ਝਲਕ ਨੇ ਹੀ ਮਨ ਵਿੱਚ ਠੰਡ ਵਰਤਾ ਦਿੱਤੀ। ਮਨ ਸ਼ਾਂਤ ਹੋ ਗਿਆ। ਜਿਸ ਨੂੰ ਚਿਰਾਂ ਤੋਂ ਭਾਲਦੇ ਸਨ ਉਹ ਅੰਦਰ ਦਾ ਵਿਗਾਸ, ਉਹ ਅੰਦਰ ਦਾ ਖੇੜਾ ਸਹਿਜ ਹੀ ਪ੍ਰਾਪਤ ਹੋ ਗਿਆ। ਜਦੋਂ ਗੁਰਮੁਖ ਜਨ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਦੀਕਸ਼ਾ ਸਿਕਸ਼ਾ ਪ੍ਰਾਪਤ ਕਰਕੇ ਆਤਮ ਪਦ 'ਤੇ ਆਰੂੜ ਹੋਏ, ਬੇਨਤੀ ਕੀਤੀ ਮਹਾਰਾਜ ਸਾਡੀ ਇੱਛਾ ਹੈ ਅਸੀਂ ਵੀ ਕੁਛ ਐਸੇ ਅਲਫਾਜ਼ ਐਸੇ ਸ਼ਬਦ ਐਸੇ ਬਚਨ ਉਚਾਰਨ ਕਰੀਏ ਜਿਨ੍ਹਾਂ ਦੁਆਰਾ ਬ੍ਰਹਮ ਗਿਆਨ ਬ੍ਰਹਮ ਅਵਸਥਾ ਬ੍ਰਹਮ ਜੋਤੀ ਸਤਿਗੁਰੂ ਜੀ ਦੇ ਪਾਵਨ ਸਰੂਪ ਦੀ ਮਹਿਮਾ ਵਡਿਆਈ ਜਸ ਕੀਰਤੀ ਵਿਸਤ੍ਰਿਤ ਹੋਵੇ, ਫੈਲਣਾ ਕਰੇ। ਤਾਂ ਸਾਹਿਬਾਂ ਨੇ ਤੌਫੀਕ ਬਖਸ਼ੀ, ਉਦਮ ਬਖਸ਼ਿਆ, ਕਿਰਪਾ ਕੀਤੀ। ਪਹਿਲਾਂ ਆਪ 20 ਸਵਈਏ ਉਹਨਾਂ ਗੁਰਮੁਖਾਂ ਨੂੰ ਅਗਵਾਈ ਬਖਸ਼ਿਸ਼ ਕਰਦਿਆਂ ਹੋਇਆਂ ਉਚਾਰਨ ਕੀਤੇ ਅਤੇ ਅੱਗੇ ਉਹਨਾਂ ਗੁਰਮੁਖ ਜਨਾਂ ਨੇ 123 ਸਵਈਏ ਗੁਰੂ ਪਿਆਰ ਵਿੱਚ ਸ਼ਰਧਾ ਵਿੱਚ ਵਿਸ਼ਵਾਸ ਵਿੱਚ ਭਿੱਜ ਕਰਕੇ ਉਚਾਰਨ ਕੀਤੇ ਹਨ। ਆਪ ਜੀ ਪਿਛਲੇ ਦਿਨਾਂ ਤੋਂ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਉਪਮਾ ਦੇ ਅੰਦਰ ਮਹਿਮਾ ਵਡਿਆਈ ਜਸ ਕੀਰਤੀ ਦੇ ਸਰੂਪ ਵਿੱਚ ਉਚਾਰਨ ਕੀਤੇ ਹੋਏ ਸਵਈਆਂ ਦੀ ਵਿਚਾਰ ਸਰਵਣ ਕਰ ਰਹੇ ਹੋ। ਅੱਜ ਦਾ ਜੋ ਪਾਵਨ ਸਵਈਆ ਹੈ, ਜਿੱਥੇ ਭੱਟ ਕਲ ਜੀ ਅਤੇ ਕਲ ਸਹਾਰ ਜੀ ਦੇ ਪਾਵਨ ਸਵਈਏ ਜੋ 12 ਸਵਈਏ ਹਨ ਸੰਪੂਰਨ ਹੋਏ ਨੇ, ਉੱਥੇ ਅੱਗੇ 7 ਸਵਈਏ ਗੁਰਮੁਖ ਪਿਆਰੇ ਭੱਟ ਸਾਹਿਬਾਨ ਭੱਟ ਮਥਰਾ ਜੀ। ਇਹ ਉਹ ਮਹਾਨ ਗੁਰਮੁਖ ਹਨ ਜਿਨ੍ਹਾਂ ਨੂੰ ਜਿੱਥੇ ਗੁਰਬਾਣੀ ਉਚਾਰਨ ਦਾ ਸੁਭਾਗ ਗੁਰੂ ਨੇ ਬਖਸ਼ਿਆ,
ਉੱਥੇ ਨਾਲ ਗੁਰੂ ਘਰ ਦੇ ਜੋ ਵੱਡੀ ਦਾਤ ਹੈ ਸ਼ਹਾਦਤ ਦੀ, ਸ਼ਹੀਦੀ ਦੀ, ਉਹ ਵੀ ਪ੍ਰਾਪਤ ਹੋਈ। ਸਤੰਬਰ ਦੇ ਆਖਰੀ ਹਫ਼ਤੇ ਮੀਰੀ ਪੀਰ ਦੇ ਮਾਲ ਗੁਰੂ ਹਰਗੋਬਿੰਦ ਪਾਤਸ਼ਾਹ ਵੱਲੋਂ ਸੰਨ 1629 ਵਿੱਚ ਸ਼੍ਰੀ ਹਰਗੋਬਿੰਦਪੁਰਾ ਸਾਹਿਬ ਵਾਲੇ ਮੁਕਾਮ 'ਤੇ ਬਿਆਸਾ ਦਰਿਆ ਦੇ ਕੰਢੇ 'ਤੇ ਲੜਿਆ ਗਿਆ ਦੂਸਰਾ ਯੁੱਧ। ਜਲੰਧਰ ਦੇ ਫੌਜਦਾਰ ਅਬਦੁੱਲਾ, ਜਿਸ ਦੇ ਨਾਲ ਹੋਰ ਸੈਨਾਪਤੀ ਹਨ, ਦੁਸ਼ਟ ਚੰਦੂ ਦਾ ਪੁੱਤਰ ਕਰਮਚੰਦ, ਭਗਵਾਨ ਦਾਸ ਘੇਰੜੂ ਦਾ ਪੁੱਤਰ ਰਤਨ ਚੰਦ, ਜਿਨ੍ਹਾਂ ਦਾ ਪ੍ਰੇਰਿਆ ਹੋਇਆ ਅਬਦੁੱਲਾ 15,000 ਫੌਜ ਲੈ ਕਰਕੇ ਗੁਰੂ ਹਰਗੋਬਿੰਦ ਪਾਤਸ਼ਾਹ 'ਤੇ ਚੜ੍ਹਾਈ ਕਰਕੇ ਆਇਆ। ਉਸ ਜੰਗ ਦੇ ਅੰਦਰ ਮਹਾਨ ਬਹਾਦਰੀ ਦੇ, ਸੂਰਮਤਾਈ ਦੇ ਜੌਹਰ ਵਿਖਾਉਂਦਿਆਂ ਹੋਇਆਂ ਸ਼ਹੀਦੀ ਦਾ ਜਾਮ ਪ੍ਰਾਪਤ ਕਰਨ ਵਾਲੇ ਔਰ ਨਿਆਜ਼ ਬੇਗ ਅਤੇ ਇੱਕ ਹੋਰ ਜਰਨੈਲ ਨੂੰ ਪਰਲੋਕ ਦੇ ਰਾਹੇ ਤੋਰਨ ਵਾਲੇ ਅਮਰ ਸ਼ਹੀਦ ਭੱਟ ਸਾਹਿਬ ਭੱਟ ਮਥੁਰਾ ਜੀ, ਜਿਨ੍ਹਾਂ ਦੇ ਜੀਵਨ ਬਾਰੇ ਪਿੱਛੇ ਵੀ ਆਪਾਂ ਵਿਚਾਰਿਆ ਸੀ। ਧੰਨ ਗੁਰੂ ਰਾਮਦਾਸ ਪਾਤਸ਼ਾਹ ਅਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਦੇ ਅੰਦਰ ਇਹਨਾਂ ਗੁਰਮੁਖਾਂ ਨੇ ਸਿਵਤ ਸਲਾਹ ਦੇ ਵਿੱਚ ਵਡਿਆਈ ਰੂਪ ਵਿੱਚ ਬਾਣੀ ਉਚਾਰੀ ਹੈ। ਸ਼ਹੀਦ ਆਤਮਾ ਗੁਰਮੁਖ ਪਿਆਰੇ ਭੱਟ ਮਥੁਰਾ ਜੀ, ਜਿਨ੍ਹਾਂ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸਵਈਆ, ਪਹਿਲਾ ਸਵਈਆ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਦੇ ਅੰਦਰ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਲੈ ਕੇ ਗੁਰਮੁਖ ਪਿਆਰੇ ਭੱਟ ਮਥੁਰਾ ਜੀ ਨੇ 5 ਗੁਰੂ ਸਰੂਪਾਂ ਦੀ ਮਹਿਮਾ ਗਾਇਨ ਕੀਤੀ, ਵਡਿਆਈ ਕੀਤੀ ਹੈ ਅਤੇ ਸਾਨੂੰ ਐਸੀ ਮਹਾਨ ਵਡਿਆਈ ਨਾਲ ਜੋੜਿਆ ਹੈ। ਜਿੱਥੇ ਅਸੀਂ ਪਾਵਨ ਲੜੀਵਾਰ ਅੰਮ੍ਰਿਤ ਬਾਣੀ ਨੂੰ ਵਿਚਾਰਦੇ ਹਾਂ, ਉੱਥੇ ਜੋ ਅੱਜ ਦਾ ਦਿਨ ਹੈ, ਜੋ ਬਾਹਰ ਬਲੈਕ ਬੋਰਡ ਉੱਪਰ ਲਿਖਿਆ ਹੈ ਖਾਲਸਾ ਦਰਬਾਰ, ਜਿੱਥੇ ਸਨਾਤਨੀ ਮੱਤ ਦੇ ਲੋਕ ਅੱਜ ਦੇ ਦਿਨ ਰਾਵਣ ਦੇ ਪਿੱਛੇ ਦੌੜਦੇ ਸਨ ਕਿ ਉਹਨੇ ਮਾੜਾ ਕੀਤਾ ਹੈ, ਬੁਰਾ ਕੀਤਾ ਹੈ, ਬਦੀ ਕੀਤੀ ਹੈ, ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਦੁਸਹਿਰਾ। ਮੌਜ ਮਸਤੀ ਵਿੱਚ ਖਚਤਾ ਸਨ। ਉੱਥੇ ਹਿੰਦੁਸਤਾਨ ਦੀ ਵਿਗੜੀ ਹੋਈ ਤਕਦੀਰ ਨੂੰ ਸਵਾਰਨ ਵਾਸਤੇ ਗੁਰੂ ਕੇ ਲਾਲ ਅੱਜ ਦੇ ਦਿਨ ਦਰਬਾਰ ਸਜਾਉਂਦੇ, ਸ਼ਸਤਰਾਂ ਦੀ ਪੂਜਾ ਕਰਦੇ। ਅੱਜ ਵੀ 5 ਤਖਤਾਂ ਦੇ ਵਿੱਚੋਂ ਖਾਸ ਕਰਕੇ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਅੱਜ ਦੇ ਦਿਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਮਹਾਨ ਬਖਸ਼ਿਸ਼ ਪ੍ਰਾਪਤ, ਕਰ ਕਮਲਾਂ ਦੀ ਸ਼ੋਭ ਪ੍ਰਾਪਤ ਸ਼ਸਤਰਾਂ ਨੂੰ ਮਾਨ ਸਨਮਾਨ ਅਦਭੁਤ ਦਿੱਤਾ ਜਾਂਦਾ ਹੈ, ਜਿਨ੍ਹਾਂ ਬਾਰੇ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਆਪ ਜੀ ਨੇ ਸਰਵਣ ਕੀਤੇ ਨੇ। ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ, ਸਾਹਿਬ ਸਰੋਹੀ ਸਹਿਥੀ ਯਹ ਹਮਾਰੇ ਪੀਰ। ਸਿੱਖ ਸਨਾਤਨ ਮਤ ਦੇ ਚਲਾਏ ਹੋਏ ਮਾਰਗਾਂ 'ਤੇ ਤੁਰਨ ਵਾਲਾ ਨਹੀਂ, ਸਗੋਂ ਆਪਣਾ ਨਿਵੇਕਲਾ ਅਤੇ ਵੱਖਰਾ ਰਾਹ ਅਪਣਾਉਣ ਵਾਲਾ ਮਾਇਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਜਦੋਂ ਇੱਕ ਤਵਸਵੀ ਕਾਜੀ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਗਲਤ ਇਰਾਦੇ ਨਾਲ ਨੀਵਾਂ ਵਿਖਾਉਣ ਵਾਸਤੇ ਇਹ ਕਹਿਣ ਦੀ ਹਕਾਮਤ ਕੀਤੀ ਸੀ ਬਹਾਦਰ ਸ਼ਾਹ ਦੀ ਕਚਹਿਰੀ ਵਿੱਚ ਕਿ ਜਿਹੜਾ ਪਕੰਬਰ ਹੁੰਦਾ ਹੈ, ਮਹਾਂਪੁਰਖ ਹੁੰਦਾ, ਉਹਦੇ ਕੋਲ ਕੋਈ ਕਰਾਮਾਤ ਹੁੰਦੀ ਹੈ, ਅਤੇ ਕਰਾਮਾਤ ਕੀ ਹੁੰਦੀ ਤੁਸੀਂ ਦੱਸੋ। ਅਤੇ ਸਾਹਿਬਾਂ ਨੇ ਸਾਹਮਣੇ ਬਹਾਦਰ ਸ਼ਾਹ ਵੱਲ ਇਸ਼ਾਰਾ ਕੀਤਾ ਸੀ ਕਿ ਬਹਾਦਰ ਸ਼ਾਹ ਬਾਦਸ਼ਾਹ ਜਿਉਂਦੀ ਜਾਗ ਦੀ ਕਰਾਮਾਤ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ, ਡਾਕਟਰ ਬਲਵੀਰ ਸਿੰਘ ਨੇ ਕਲਮ ਦੀ ਕਰਾਮਾਤ ਵਿੱਚ, ਅਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਇਸ ਘਟਨਾ ਨੂੰ ਬੜਾ ਵਿਸਤਾਰ ਪੂਰਵਕ ਵਰਣਨ ਕੀਤਾ ਹੈ। ਜਦੋਂ ਉਹਨੇ ਕਿਹਾ ਕਿ ਤੁਸੀਂ ਟਾਲੋ ਨਾ, ਦੂਜੀ ਕਰਾਮਾਤ ਦੀ ਗੱਲ ਕੀਤੀ ਅਤੇ ਸਾਹਿਬਾਂ ਨੇ ਮੋਹਰ ਕੱਢ ਕੇ ਜੇਬ ਵਿੱਚੋਂ ਖਾਇਆ ਸੀ ਕਿ ਦੂਸਰੀ ਕਰਾਮਾਤ ਇਹ ਮਾਇਆ ਹੈ, ਧਨ ਹੈ, ਇਹਦੇ ਨਾਲ ਈਮਾਨ ਕਿਸੇ ਦਾ ਖਰੀਦਿਆ ਜਾ ਸਕਦਾ ਹੈ, ਵੱਡੇ ਵੱਡੇ ਕਾਰਜ ਮਾਇਆ ਨਾਲ ਹੋ ਸਕਦੇ। ਕਹਿਣ ਲੱਗਾ ਤੁਸੀਂ ਮੈਨੂੰ ਟਾਲਦੇ ਆਨੇ ਬਹਾਨੇ ਕਰਦੇ ਹੋ, ਮੈਂ ਤੁਹਾਡੀ ਕਰਾਮਾਤ ਦੀ ਗੱਲ ਕੀਤੀ ਹੈ। ਅਤੇ ਫਿਰ ਜੋ ਅੱਜ ਦਾ ਦਿਨ ਹੈ ਨਾ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ
ਗਾਤਰੇ ਦੇ ਵਿੱਚੋਂ ਮਿਆਨ ਦੇ ਵਿੱਚੋਂ ਸ੍ਰੀ ਸਾਹਿਬ ਖਿੱਚੀ, ਤੇਗ ਲਹਿਰਾਈ ਜੋ ਬਿਜਲੀ ਦੀ ਤਰ੍ਹਾਂ ਚਮਕੀ, ਵੇਖ ਕਰਕੇ ਸਾਰਿਆਂ ਦੀ ਅੱਖਾਂ ਚੁਧਿਆਂ ਗਈਆਂ। ਬਾਦਸ਼ਾਹ ਬਹਾਦਰ ਸ਼ਾਹ ਦੀ ਕਚਹਿਰੀ ਵਿੱਚ ਕਿਸੇ ਵਾਸਤੇ ਇਸ ਤਰ੍ਹਾਂ ਸ਼ਸਤਰ ਕੱਢਣਾ ਮੁਨਾਸਬ ਨਹੀਂ ਸੀ। ਫਿਰ ਕਿਸੇ ਅਤਿਥੀ ਵਾਸਤੇ, ਕਿਸੇ ਮਹਿਮਾਨ ਵਾਸਤੇ ਜਿਹਨੂੰ ਖੁਦ ਸਪੈਸ਼ਲ ਸੱਦਿਆ ਹੋਵੇ, ਅਦਬ ਕਰਨ ਵਾਸਤੇ, ਸਤਿਕਾਰ ਕਰਨ ਵਾਸਤੇ, ਉਸ ਮਹਾਂਪੁਰਖ ਦਾ ਇਸ ਤਰ੍ਹਾਂ ਸ਼ਸਤਰ ਲਹਿਰਾਉਣਾ ਅਤੇ ਵੰਗਾਰਨਾ ਕਿ ਆ ਤੈਨੂੰ ਕਰਾਮਾਤ ਵਿਖਾਵਾਂ, ਇਹ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਦੇਣ ਸੀ। ਬਹਾਦਰ ਸ਼ਾਹ ਨੇ ਆਪ ਹੱਥ ਜੋੜ ਕੇ ਮੁਆਫੀ ਮੰਗੀ ਸੀ, ਮਹਾਰਾਜ ਇਸ ਗੁਸਤਾਖ ਨੂੰ ਨਹੀਂ ਪਤਾ ਘਰ ਆਏ ਮਹਿਮਾਨ ਦਾ, ਮਹਾਂਪੁਰਖਾਂ ਦਾ ਅਦਬ ਸਤਿਕਾਰ ਕਿਵੇਂ ਕਰੀਦਾ ਹੈ। ਅਤੇ ਕਲਗੀਧਰ ਪਾਤਸ਼ਾਹ ਨੇ ਦੱਸਿਆ ਸੀ ਕਿ ਸ਼ਸਤਰ ਹੀ ਕਰਾਮਾਤ ਹੈ, ਸ੍ਰੀ ਸਾਹਿਬ ਹੀ ਕਰਾਮਾਤ ਹੈ। ਇਸ ਦੇ ਨਾਲ ਵੱਡੇ ਵੱਡੇ ਜਰਵਾਣਿਆਂ ਦੇ ਸਿਰ ਲਾਏ ਜਾ ਸਕਦੇ ਨੇ। ਜ਼ਬਰ, ਜ਼ੁਲਮ, ਅਨਿਆਂ ਅਤੇ ਧੱਕੇ ਨੂੰ ਸ਼ਸਤਰ ਨਾਲ ਹੀ ਰੋਕਿਆ ਜਾ ਸਕਦਾ ਹੈ, ਮਿੰਨਤਾਂ ਤਰਲੇ ਕੀਤਿਆਂ ਨਹੀਂ। ਇਸੇ ਵਾਸਤੇ ਸਭਾਂ ਕਿਹਾ ਚੂੰਕਾਰ ਆਜ਼ਾ ਹਮਾ ਹੀਲ ਤੇ ਦਾਰ ਗੁਜਸਤ ਹਲਾਲ ਆਸਤਨ ਬੁਰਦਨ ਬਾਦ ਸ਼ਮਸ਼ੀਰ ਦਸਤ। ਜਦੋਂ ਸਾਰੇ ਹੀਲਿਆਂ ਪੀਲਾਂ ਵਕੀਲਾਂ ਤੋਂ ਗੱਲ ਲੰਘ ਜਾਏ, ਜਦੋਂ ਸਾਰੇ ਵਸੀਲੇ ਖਤਮ ਹੋ ਜਾਣ, ਉਦੋਂ ਤਲਵਾਰ ਦੇ ਮੁੱਠੇ 'ਤੇ ਹੱਥ ਪਾਉਣਾ, ਉਦੋਂ ਸ਼ਸਤਰ ਚੁੱਕਣਾ ਮੈਂ ਧਰਮ ਸਮਝਦਾ ਹਾਂ। ਅਤੇ ਐਸਾ ਧਰਮ ਅਪਣਾਉਣ ਵਾਸਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਕੇ ਸਿੱਖਾਂ ਨੂੰ ਸ਼ਸਤਰ ਬਖਸ਼ੇ। ਅਤੇ ਖਾਲਸੇ ਪੰਥ ਦਾ ਆਗਮਨ ਹੀ, ਖਾਲਸੇ ਪੰਥ ਦਾ ਪ੍ਰਗਟ ਹੋਣਾ ਹੀ ਸ਼ਸਤਰਾਂ ਵਿੱਚੋਂ ਹੋਇਆ। ਉਹ ਪਾਵਨ ਖੰਡਾ ਜੀ ਦੇ ਆਪ ਜੀ ਦਰਸ਼ਨ ਦੀਦਾਰ ਕਰਦੇ ਹੋ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸੁਭਾਏਮਾਨ ਹੈ। ਉਹ ਦੋ ਧਾਰਾ ਫੁਲਾਦੀ ਖੰਡਾ ਜਿਸ ਮਹਾਨ ਸ਼ਸਤਰ ਦੇ ਵਿੱਚੋਂ ਪੰਥ ਦੇ ਵਾਲੇ ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਪ੍ਰਗਟ ਕੀਤਾ ਹੈ। ਫਿਰ ਖਾਲਸਾ ਸ਼ਸਤਰ ਪੂਜਨ ਦਿਵਸ ਕਿਉਂ ਨਾ ਮਨਾਏ। ਸੋ ਬੇਅੰਤ ਗੁਰੂ ਕੇ ਸਿੱਖ ਅੱਜ ਦੇ ਦਿਨ ਨੂੰ ਬੁੱਤ ਸਾੜਨ ਵਾਲੇ ਪਾਸੇ ਜਾਂ ਹੋਰ ਪੁਤਲੇ ਸਾੜਨ ਵਾਲੇ ਪਾਸੇ ਖਿਆਲ ਛੱਡ ਕਰਕੇ ਸਗੋਂ ਗੁਰੂ ਬਖਸ਼ੀ ਹੋਈ ਦਾਤ ਸ੍ਰੀ ਸਾਹਿਬ ਦੀ, ਖੰਡੇ ਦੀ, ਤਬਰ, ਛਵੀਆਂ ਦੀ, ਹੋਰ ਜਿੰਨੇ ਵੀ ਸ਼ਸਤਰ ਹਥਿਆਰ ਨੇ ਉਹਨਾਂ ਦਾ ਅਦਬ ਸਤਿਕਾਰ ਕਰਦੇ ਨੇ ਕਿ ਇਹਨਾਂ ਨਾਲ ਸਦੀਆਂ ਪੁਰਾਣੀ ਗੁਲਾਮੀ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੱਟਿਆ ਅਤੇ ਭਾਰਤ ਵਰਸ਼ ਦੇ ਲੋਕਾਂ ਨੂੰ ਅਣਖ ਅਤੇ ਗੈਰਤ ਦਾ ਜੀਵਨ ਜਿਉਣ ਦਾ ਢੰਗ ਸਿਖਾਇਆ। ਜਿਹੜੇ ਕਹਿੰਦੇ ਸਨ ਕਾਮ ਹਮਾਰਾ ਤੋਲਨ ਤਕੜੀ, ਨੰਗੀ ਕਰਦ ਕਬੂ ਨਹੀਂ ਪਕੜੀ, ਚਿੜੀ ਉੱਡੇ ਦਰ ਸੇ ਮਰ ਜਾਊਂ, ਦੁਸ਼ਮਣ ਸੇ ਕੈਸੇ ਲੜ ਪਾਊਂ, ਉਹਨਾਂ ਨੂੰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ 1.25 ਲੱਖ ਵੈਰੀ ਨਾਲ ਲੜਾਇਆ ਹੈ। ਐਸੇ ਪੰਥ ਵਾਲੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਦਾਤ ਜੋ 5 ਕਕਾਰਾਂ ਦੇ ਰੂਪ ਵਿੱਚ ਹੈ, ਸ੍ਰੀ ਸਾਹਿਬ ਮਹਾਨ ਸ਼ਸਤਰ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਗੁਰੂ ਕੇ ਖਾਲਸੇ ਨੂੰ ਖਾਲਸਾ ਦਰਬਾਰ ਦਾ ਉਹ ਦਿਨ ਹੈ ਜਦੋਂ ਗੁਰੂ ਕੇ ਖਾਲਸੇ ਸ਼ਸਤਰਾਂ ਦਾ ਅਦਬ ਅਤੇ ਸਤਿਕਾਰ ਕਰਦੇ ਨੇ। ਸੋ ਰਹੋ ਵਿਚਾਰ ਗੁਰਮੁਖ ਪਿਆਰੇ ਭੱਟ ਸਾਹਿਬਾਨ, ਭੱਟ ਮਥੁਰਾ ਜੀ, ਤਿੰਨਾਂ ਦੀ ਪਾਵਨ ਰਸਨਾ ਤੋਂ ਮੁਖ ਤੋਂ ਉਚਾਰਨ ਕੀਤਾ ਹੋਇਆ ਪਾਵਨ ਸਵਈਆ, ਜਿਸ ਦੁਆਰਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਅਤੇ ਵਡਿਆਈ ਕਥਨ ਕੀਤੀ ਹੈ। ਜਿਵੇਂ ਸਾਹਿਬ ਜੀ ਕਿਰਪਾ ਕਰ ਰਹੇ ਹਨ, ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੇ ਟਿਕਾ ਵਾਸਤੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਿਆਂ ਸਾਹਿਬਾਂ ਦੀ ਪਾਵਨ ਬਾਣੀ ਉਪਦੇਸ਼ ਨਾਲ ਸਾਂਝ ਪਾਈਏ, ਜਪੀਏ ਵਾਹਿਗੁਰੂ 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 ਵਾਹਿਗੁਰੂ
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜੋਤ ਰੂਪ ਹਰ ਆਪ, ਗੁਰੂ ਨਾਨਕ ਕਹਾਇਆ। ਗੁਰਮੁਖ ਪਿਆਰੇ ਭੱਟ ਸਾਹਿਬਾਨ, ਭੱਟ ਮਥੁਰਾ ਜੀ, ਜਿਨ੍ਹਾਂ ਨੂੰ ਗੁਰੂ ਬਖਸ਼ੀ ਹੋਈ ਕਮਾਲ ਦੀ ਦਿਵ ਦ੍ਰਿਸ਼ਟੀ ਹੈ। ਦਿਵ ਦ੍ਰਿਸ਼ਟੀ ਤੋਂ ਬਿਨਾਂ, ਦੈਵੀ ਨੇਤਰਾਂ ਤੋਂ ਬਿਨਾਂ ਇਹ ਬਚਨ ਕਿਹਾ ਹੀ ਨਹੀਂ ਜਾ ਸਕਦਾ ਕਿ ਗੁਰੂ ਨਾਨਕ ਅਕਾਲ ਪੁਰਖ ਵਾਹਿਗੁਰੂ ਆਪ ਆਇਆ ਹੈ। ਹੁਣ ਸਾਡੇ ਵਿੱਚ ਹੀ ਪੈਦਾ ਹੋ ਕਰਕੇ ਕਹੀ ਜਾਂਦੇ ਕਿ ਗੁਰੂ ਨਾਨਕ ਸਾਡੇ ਵਰਗਾ ਹੀ ਹੈ, ਉਹਦੀ ਵੀ ਪੰਜਾਂ ਤੱਤਾਂ ਦੀ ਦੇਹੀ ਹੈ, ਉਹ ਆਮ ਇਨਸਾਨ ਹੈ, ਮਨੁੱਖ ਹੈ। ਪਿੱਛੇ ਜੇ ਚਰਚਾ ਦੇ ਦੌਰਾਨ ਕਿਹਾ ਜਾ ਰਿਹਾ ਸੀ ਕਿ ਕੋਈ ਵਿਅਕਤੀ ਨਦੀ ਵਿੱਚ 3 ਦਿਨ ਰਹਿ ਸਕਦਾ ਹੈ, ਨਹੀਂ ਰਹਿ ਸਕਦਾ, ਤੇ ਉੱਤਰ ਦੇਣ ਵਾਲਾ ਕਹਿ ਰਿਹਾ ਸੀ ਬਿਲਕੁਲ ਐਸਾ ਹੀ ਹੈ। ਵਿਅਕਤੀ ਨਹੀਂ ਰਹਿ ਸਕਦਾ ਪਰ ਗੁਰੂ ਨਾਨਕ ਰਹਿ ਸਕਦਾ। ਗੁਰੂ ਨਾਨਕ ਵਿਅਕਤੀ ਨਹੀਂ ਹੈ, ਗੁਰੂ ਨਾਨਕ ਰੱਬ ਹੈ, ਗੁਰੂ ਨਾਨਕ ਪਰਮੇਸ਼ਰ ਹੈ, ਗੁਰੂ ਨਾਨਕ ਅਕਾਲ ਪੁਰਖ ਵਾਹਿਗੁਰੂ ਹੈ। ਇਹ ਤੁਹਾਨੂੰ ਭੱਟ ਸਾਹਿਬ ਹੀ ਦੱਸ ਸਕਦੇ ਨਾ ਕਿ ਗੁਰੂ ਨਾਨਕ ਕੌਣ ਹੈ। ਤੇ ਅਸੀਂ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਮਹਾਨ ਸ਼ਖਸੀਅਤ ਬਾਰੇ ਕੀ ਕਹਿ ਸਕਦੇ ਹਾਂ, ਕੀ ਵਿਚਾਰ ਸਕਦੇ ਹਾਂ, ਕੀ ਸੋਚ ਸਕਦੇ ਹਾਂ। ਸਾਡੀ ਸੋਚਣ ਸ਼ਕਤੀ ਦਾ, ਸਾਡੀ ਕਹਿਣ ਦੀ ਸਮਰੱਥਾ ਹੈ, ਕੁਛ ਦਾਇਰਾ ਹੈ। ਪਰ ਗੁਰਮੁਖ ਭੱਟ ਮਥੁਰਾ ਜੀ ਦੇ ਕੋਲ ਉਹ ਵਿਸ਼ਾਲ ਗਿਆਨ ਹੈ, ਉਹ ਦਿਵ ਦ੍ਰਿਸ਼ਟੀ ਹੈ, ਜਿਹਦਾ ਕੋਈ ਦਾਇਰਾ ਨਹੀਂ, ਜਿਹਦਾ ਕੋਈ ਹੱਦ ਬੰਨਾ ਨਹੀਂ, ਜਿਹਦਾ ਕੋਈ ਸੀਮਾ, ਜਿਸ ਦੀ ਕੋਈ ਸੀਮਾ ਨਹੀਂ ਹੈ। ਜੋਤ ਰੂਪ ਹਰ ਆਪ। ਜੋਤ ਦਾ ਅਰਥ ਕੀ ਹੈ? ਜੋਤ ਦਾ ਅਰਥ ਹੁੰਦਾ ਪ੍ਰਕਾਸ਼। ਰੂਪ ਦਾ ਅਰਥ ਹੈ ਸਰੂਪ। ਰੂਪ ਦਾ ਅੱਖਰੀ ਅਰਥ ਹੁੰਦਾ ਸੁੰਦਰਤਾਈ। ਹਰ ਹਰੇ ਭਰੇ ਕਰਨ ਵਾਲਾ, ਦੁੱਖਾਂ ਦਾ ਹਾਰ ਅਕਾਲ ਪੁਰਖ ਵਾਹਿਗੁਰੂ ਆਪ ਖੁਦ ਬਖੁਦ ਆਪ। ਇਹ ਨਹੀਂ ਕਿ ਉਹਨੇ ਕਿਸੇ ਆਪਣੇ ਸੇਵਕ ਨੂੰ ਘੱਲਿਆ ਕਿ ਜਾ ਤੂੰ ਗੁਰੂ ਨਾਨਕ ਦੇ ਰੂਪ ਵਿੱਚ ਪ੍ਰਗਟ ਹੋ। ਭੁੱਲੀ ਭਟਕੀ ਮਨੁੱਖਤਾ ਨੂੰ ਰਾਹੇ ਪਾ ਨਹੀਂ। ਜੋਤ ਰੂਪ ਹਰ ਆਪ, ਹਰੀ ਆਪ ਖੁਦ। ਜਿਹੜਾ ਜੋਤ ਰੂਪ ਹੈ, ਜਿਹੜਾ ਪ੍ਰਕਾਸ਼ ਸਰੂਪ ਹੈ, ਜਿਹੜਾ ਪ੍ਰਕਾਸ਼ ਦਾ ਸੋਮਾ ਹੈ, ਉਸ ਨੇ ਕੀ ਕੀਤਾ? ਗੁਰੂ ਨਾਨਕ ਕਹਾਇਓ, ਆਪ ਖੁਦ ਗੁਰੂ ਨਾਨਕ ਅਖਵਾਇਆ ਹੈ। ਇਹਦਾ ਭਾਵ ਸਪਸ਼ਟ ਹੈ ਕਿ ਅਕਾਲ ਪੁਰਖ ਵਾਹਿਗੁਰੂ ਖੁਦ ਹੀ ਗੁਰੂ ਨਾਨਕ ਦੇ ਸਰੂਪ ਵਿੱਚ ਪ੍ਰਗਟ ਹੋਇਆ ਹੈ। ਪਿੱਛੇ ਤੀਜੇ ਮਹੱਲੇ ਦੇ ਸਵਈਆਂ ਦੇ ਅੰਦਰ ਆਪਾਂ ਸਰਵਣ ਕਰ ਚੁੱਕੇ ਹਾਂ। ਆਪ ਨਰਾਇਣ ਕਲਾ ਧਾਰ, ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰਿਓ। ਜਿਹੜਾ ਹੈ ਨਿਰਾਕਾਰ, ਜਿਹਦਾ ਕੋਈ ਆਕਾਰ ਨਹੀਂ, ਜਿਹਦਾ ਕੋਈ ਚੱਕਰ ਚੇਨ ਰੂਪ ਰੰਗ ਭੇਖ ਨਹੀਂ ਹੈ, ਐਸਾ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਸ ਨੇ ਇਸ ਸੰਸਾਰ ਮੰਡਲ ਦੇ ਅੰਦਰ ਉਸ ਜੋਤੀ ਸਰੂਪ ਪਰਮਾਤਮਾ ਨੇ ਆਪ ਹੀ ਆਪਣੇ ਸਰੂਪ ਦੇ ਵਿੱਚ ਗੁਰੂ ਰੂਪ ਹੋ ਕਰਕੇ ਪ੍ਰਗਟ ਹੋਣਾ ਕੀਤਾ ਹੈ। ਚਲੋ ਭੱਟ ਸਾਹਿਬਾਨਾਂ ਤੋਂ ਸਮਝਿਆ ਕਿ ਕੁਛ ਗੁਰੂ ਕੋਲੋਂ ਮਿਲਿਆ ਹੈ, ਤੇ ਉਹ ਕਹਿ ਸਕਦੇ ਆ ਕਿ ਹੱਦੋਂ ਵੱਧ ਮਹਿਮਾ ਕਰ ਰਹੇ ਨੇ। ਮਹਿਮਾ ਕਰਨ ਦੀ ਕੋਈ ਹੱਦ, ਕੋਈ ਸੀਮਾ ਹੋ ਸਕਦਾ, ਪਰ ਉਹਨਾਂ ਤਾਂ ਹੱਦ ਹੀ ਲੰਘ ਲਈ ਹੈ, ਸੀਮਾ ਹੀ ਮੁਕਾ ਦਿੱਤੀ ਹੈ। ਗੁਰੂ ਅਰਜਨ ਦੇ ਪਾਤਸ਼ਾਹ ਨੂੰ ਪੁੱਛ ਕੇ ਵੇਖੀਏ ਕਿ ਗੁਰੂ ਨਾਨਕ ਕੌਣ ਹੈ। ਬੜਾ ਲੰਮਾ ਉਹ ਸ਼ਬਦ ਹੈ ਜਿਸ ਦੇ ਅੰਦਰ ਉਹਨਾਂ ਸਾਰੇ ਮਹਾਂਪੁਰਖਾਂ ਦਾ ਜ਼ਿਕਰ ਕੀਤਾ ਹੈ, ਤੇ ਅਖੀਰ ਤੇ ਜਾ ਕੇ ਕਹਿ ਦਿੱਤਾ ਹੈ ਗੁਰੂ ਨਾਨਕ ਦੇਵ ਗੋਬਿੰਦ ਰੂਪ। ਭਾਈ ਕੋਈ ਸ਼ੱਕ ਨਹੀਂ, ਕੋਈ ਸੰਦੇਹ ਨਹੀਂ, ਕੋਈ ਭਰਮ ਨਹੀਂ ਹੈ ਇਸ ਵਿੱਚ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਆਪ ਸਾਖਸ਼ਾਤ ਅਕਾਲ ਪੁਰਖ ਦਾ ਸਰੂਪ ਹੈ। ਗੁਰੂ ਨਾਨਕ ਆਪ ਰੱਬ ਹੈ, ਗੁਰੂ ਨਾਨਕ ਆਪ ਪਰਮੇਸ਼ਰ ਹੈ। ਗੁਰੂ ਨਾਨਕ ਨੂੰ ਵਿਅਕਤੀ ਸਮਝਣ ਦੀ ਭੁੱਲ ਨਾ ਕਰੋ, ਸਾਡੇ ਵਰਗਾ ਸਮਝਣ ਦੀ ਕਦੀ ਗੁਸਤਾਖੀ ਨਾ ਕਰੋ। ਉਹ ਆਪ ਪਰਮੇਸ਼ਰ ਹੈ। ਜੋਤ ਕੀ ਹੈ? ਗੁਰੂ ਨਾਨਕ ਦੇ ਪਾਤਸ਼ਾਹ ਨੇ ਆਪ ਹੀ ਵਿਆਖਿਆ ਕੀਤੀ ਹੈ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਇੱਕ ਥਾਂ ਤੇ ਪਾਠ ਹੈ ਤਿਸ ਦਾ, ਇੱਕ ਥਾਂ ਤੇ ਪਾਠ ਹੈ ਤਿਸ ਕੈ। ਇਹ ਆਰਤੀ ਦਾ ਸ਼ਬਦ ਹੈ। ਸੋਹਿਲਾ ਸਾਹਿਬ ਦੇ ਅੰਦਰ ਅਸੀਂ ਪੜ੍ਹਦੇ ਹਾਂ ਦੈ,
ਪਰ ਜਦੋਂ ਆਰਤੀ 'ਚ ਪੜ੍ਹਿਆ ਜਾਂਦਾ ਉੱਥੇ ਹੈ ਕਹੇ। ਪਾਠ ਦਾ ਥੋੜ੍ਹਾ ਜਿਹਾ ਭੇਦ ਅੰਤਰ ਹੈ, ਭਾਵ ਇੱਕੋ ਹੀ ਹੈ ਕਿ ਉਹ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹ ਪ੍ਰਕਾਸ਼ ਸਰੂਪ ਹੈ, ਉਹ ਜੋਤੀ ਸਰੂਪ ਹੈ, ਅਤੇ ਉਸੇ ਦੀ ਜੋਤ ਭਾਵ ਚੇਤਨ ਸਤਾ, ਉਸੇ ਦੀ ਸ਼ਕਤੀ, ਉਸੇ ਦੀ ਚੇਤਨ ਸਤਾ ਹੀ ਸਮੁੱਚੇ ਬ੍ਰਹਿਮੰਡ ਵਿੱਚ ਸਮੁੱਚੀ ਲੁਕਾਈ ਵਿੱਚ ਸਮਾਈ ਹੋਈ ਹੈ। ਉਹ ਆਪ ਜੋਤ ਸਰੂਪ ਹੈ, ਉਹ ਆਪ ਪ੍ਰਕਾਸ਼ ਸਰੂਪ ਹੈ। ਚੰਦਰਮਾ ਦੇ ਤਾਈਂ, ਸੂਰਜ ਦੇ ਤਾਈਂ, ਤਾਰਿਆਂ ਸਿਤਾਰਿਆਂ ਦੇ ਤਾਈਂ ਉਸੇ ਦੀ ਜੋਤ ਵਿਆਪਕ ਹੋਣ ਕਰਕੇ ਸਾਰਿਆਂ ਵਿੱਚ ਪ੍ਰਕਾਸ਼ ਹੈ, ਚਾਨਣ ਹੈ। ਸਾਡੇ ਵਿੱਚ ਵੀ ਉਸ ਮਾਲਕ ਦੀ ਜੋਤ ਹੈ। ਤੇ ਸਾਹਿਬਾਂ ਨੇ ਪਾਵਨ ਬਾਣੀ ਦੇ ਵਿੱਚ ਬਚਨ ਲਿਖਿਆ, ਜਬ ਆਪਣੀ ਜੋਤ ਖਿੰਚੇ ਤੋਂ ਸੁਆਮੀ ਤਬ ਕੋਈ ਕਰੋ ਦਿਖਾ ਵਖਿਆਨਾ। ਇੱਕ ਲਫ਼ਜ਼ ਵੀ ਕੋਈ ਬੋਲ ਕੇ ਵਿਖਾਵੇ ਸਹੀ, ਜਦੋਂ ਮਾਲਕਾ ਤੂੰ ਆਪਣੀ ਜੋਤ ਖਿੱਚ ਲੈਂਦਾ ਹੈ। ਇਹਦਾ ਭਾਵ ਹੈ ਕਿ ਮਾਲਕ ਦੀ ਚੇਤਨ ਸੱਤਾ, ਉਹਦੀ ਸ਼ਕਤੀ, ਉਹਦਾ ਪ੍ਰਕਾਸ਼ ਹਰ ਸਰੀਰ ਵਿੱਚ ਹੈ, ਪਰ ਗੁਪਤ ਰੂਪ ਵਿੱਚ ਹੈ। ਤੇ ਪ੍ਰਗਟ ਕਿੱਥੇ ਹੈ? ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਗੁਰਮੁਖਾਂ ਦੇ ਹਿਰਦੇ ਵਿੱਚ ਸਾਖਸ਼ਾਤ ਪ੍ਰਗਟ ਰੂਪ ਵਿੱਚ ਵੀ ਹੈ। ਗੁਰੂ ਨਾਨਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਉਂ ਬਣ ਕਰਕੇ ਆਇਆ ਹੈ ਕਿ ਕਿਸੇ ਹੋਰ ਨਾਲ ਨਹੀਂ ਸੀ ਸਰ ਸਕਦਾ। ਸਾਧ ਸੰਗਤ ਜੀ, ਅੱਜ ਦਾ ਤੁਸੀਂ ਰਾਜਨੀਤਿਕ ਵਰਤਾਰਾ ਵਰਤਦਾ ਵੇਖ ਲਵੋ। ਜਦੋਂ ਲੀਡਰਾਂ ਨੇ ਵੋਟਾਂ 4 ਲੈਣੀਆਂ ਹੋਣ, ਭਾਵੇਂ ਕਿ ਇਹ ਗੱਲ ਧਾਰਮਿਕਤਾ ਨਾਲ ਇਸ ਦੀ ਕੋਈ ਨੇੜਤਾ ਨਹੀਂ, ਪਰ ਇੱਕ ਉਦਾਹਰਨ ਹੈ, ਉਦੋਂ ਸੋਚਦੇ ਨੇ ਕਿ ਕੋਈ ਵੱਡਾ ਲੀਡਰ ਸੱਦਣਾ ਕਰੋ ਜਿਹਦੀ ਕਹੀ ਹੋਈ ਗੱਲ ਦਾ ਨਾ ਲੋਕਾਂ ਦੇ ਮਨਾਂ 'ਤੇ ਪ੍ਰਭਾਵ ਪਵੇ, ਲੋਕ ਪ੍ਰੇਰੇ ਜਾਣ, ਲੋਕ ਉਹਦੀ ਗੱਲ ਮੰਨਣ। ਕਿਉਂਕਿ ਅਸੀਂ ਤਾਂ ਇਸੇ ਇਲਾਕੇ ਵਿੱਚ ਰਹਿਣ ਵਾਲੇ ਹਾਂ, ਪਤਾ ਨਹੀਂ ਕੋਈ ਸਾਡੀ ਗੱਲ 'ਤੇ ਯਕੀਨ ਕਰੇ ਜਾਂ ਨਾ ਕਰੇ। ਇਸ ਵਾਸਤੇ ਕਿਸੇ ਵੱਡੇ ਲੀਡਰ ਨੂੰ ਸੱਦੋ, ਮੁੱਖ ਮੰਤਰੀ ਆ ਕੇ ਕੋਈ ਸਪੀਚ ਦੇਵੇ, ਕੋਈ ਲੈਕਚਰ ਕਰੇ, ਕੋਈ ਪ੍ਰਧਾਨ ਮੰਤਰੀ ਮੇਰੇ ਵਾਸਤੇ ਆ ਕਰਕੇ ਲੋਕਾਂ ਨੂੰ ਅਪੀਲ ਕਰੇ ਕਿ ਉਹਦੇ ਕਹੇ ਦਾ ਕੋਈ ਅਸਰ ਨਹੀਂ ਹੈ। ਨਹੀਂ, ਉਹਦੀ ਭਾਵਨਾ ਹੈ, ਉਹਦਾ ਖਿਆਲ ਹੈ ਕਿ ਜਿੰਨਾ ਕੋਈ ਵੱਡਾ ਬੰਦਾ ਆਵੇਗਾ ਨਾ, ਉਹਨਾਂ ਲੋਕਾਂ ਦੇ ਉੱਪਰ ਵੱਧ ਪ੍ਰਭਾਵ ਪਵੇਗਾ। ਇਸੇ ਤਰ੍ਹਾਂ ਹੀ ਅਧਿਆਤਮਿਕ ਖੇਤਰ ਦੇ ਵਿੱਚ ਇਹ ਨਹੀਂ ਕਿ ਕੋਈ ਸਾਧੂ ਮਹਾਤਮਾ, ਸੰਤ ਮਹਾਂਪੁਰਖ, ਔਲੀ ਅਵਤਾਰ, ਪੀਰ ਪਕੰਬਰ ਸੰਸਾਰ 'ਚ ਹੈਨ ਨਹੀਂ ਸਨ ਜਾਂ ਆ ਕੇ ਜਾ ਨਹੀਂ ਸਨ ਚੁੱਕੇ, ਸਭ ਕੁਛ ਹੈ ਸੀ। ਪਰ ਜਿੱਥੇ ਸਵਾਲ ਹੈ ਅਕਾਲ ਪੁਰਖ ਵਾਹਿਗੁਰੂ ਦਾ ਆਉਣਾ, ਜਦੋਂ ਫੌਜਾਂ ਦੇ ਹੌਸਲੇ ਪਸਤ ਹੋ ਜਾਣ, ਜਦੋਂ ਫੌਜਾਂ ਸਾਹ ਸਤਹੀਨ ਹੋ ਜਾਣ, ਉਦੋਂ ਫਿਰ ਜਰਨੈਲ ਆਪ ਅੱਗੇ ਲੱਗ ਕਰਕੇ ਤੁਰਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਵੇਖਿਆ ਕਿ ਫੌਜਾਂ ਦਾ ਮਨ ਢਹਿੰਦੀ ਕਲਾ ਵਿੱਚ ਹੈ। ਇੱਕ ਪਾਸੇ ਹਜ਼ਾਰਾਂ ਨਹੀਂ ਲੱਖਾਂ ਦੀ ਤਾਦਾਦ ਦੇ ਵਿੱਚ ਪਠਾਨ ਨੇ, ਬੜੇ ਲੜਾਕੇ ਨੇ, ਦੂਸਰੇ ਪਾਸੇ ਖਾਲਸਾ ਫੌਜਾਂ ਗਿਣਤੀ ਬੜੀ ਘੱਟ ਹੈ। ਚਲਦੇ ਚਲਦੇ ਜਦੋਂ ਲੰਡੇ ਦਰਿਆ ਦੇ ਕੰਢੇ 'ਤੇ ਪਹੁੰਚ ਗਏ, ਖਾਸ ਬੇਨਤੀ ਕਰਕੇ ਸਿੱਖ ਪੰਥ ਦੇ ਸਰਮੌਰ ਮਹਾਨ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮਹਾਰਾਜਾ ਰਣਜੀਤ ਸਿੰਘ ਆ ਪਹੁੰਚਾ ਸੀ। ਜਥੇਦਾਰ ਅਕਾਲੀ ਫੌਜਾਂ ਫੂਲਾ ਸਿੰਘ ਨੂੰ ਬੇਨਤੀ ਕੀਤੀ, ਮਹਾਂਪੁਰਖੋ ਤੁਸੀਂ ਕਿਰਪਾ ਕਰੋ, ਤੁਸੀਂ ਇਸ ਜੰਗ ਦੀ ਅਗਵਾਈ ਕਰੋ। ਕਾਹਦੇ ਵਾਸਤੇ? ਬਾਕੀ ਜਰਨੈਲ ਨਹੀਂ ਸਨ, ਨਹੀਂ, ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਾਲ ਹੋਵੇਗਾ ਤੇ ਸਮੁੱਚਾ ਪੰਥ, ਸਮੁੱਚੀ ਕੌਮ, ਗੁਰੂ ਕੀਆਂ ਫੌਜਾਂ ਜਾਨ ਤੋੜ ਕਰਕੇ ਲੜਨਾ ਕਰਨਗੀਆਂ। ਇਹ ਤਾਂ ਵਿਸ਼ਵਾਸ ਸੀ ਕਿ ਜੇਕਰ ਕੌਮ ਦੀ ਅਗਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਕਰੇਗਾ ਤੇ ਫੌਜਾਂ ਹਾਰਨਗੀਆਂ ਨਹੀਂ। ਪਰ ਇੱਕ ਮਨ ਵਿੱਚ ਖਿਆਲ ਫਿਰ ਪੈਦਾ ਹੋ ਗਿਆ ਕਿ ਅਜੇ ਤੋਪਖਾਨਾ ਨਹੀਂ ਆਇਆ। ਜਾ ਪਹੁੰਚਾ, ਫਿਰ ਜਾ ਕੇ ਬੇਨਤੀ ਕੀਤੀ ਸੀ ਕਿ ਜਥੇਦਾਰ ਜੀ, ਅਕਾਲੀ ਜੀ, ਅਜੇ ਤੋਪਖਾਨਾ ਪਿੱਛੇ ਹੈ, ਥੋੜਾ ਸਮਾਂ ਰੁਕ ਜਾਈਏ। ਬੜਾ ਰੋਹ ਵਿੱਚ ਆ ਗਏ। ਰੁਕ ਜੋ, ਇਹ ਗੱਲ ਸੁਣੀ ਜਾ, ਮੱਥੇ ਤੇ ਵੱਟ ਪਏ ਮਾਨੋ ਜਾਂ ਬੱਬਰ ਸ਼ੇਰ ਦੀ ਛਾਤੀ ਤੇ ਫੱਟ ਪਏ, ਅਗਨੀ ਦੇ ਸ਼ੋਲੇ ਬਲਦੇ ਲੱਟ ਲੱਟ ਪਏ। ਤੇ ਕੀ ਆਖਿਆ ਫਿਰ ਉਸ ਸਮੇਂ? ਮਾਨ ਸਰਦਾਰਾ ਤੈਨੂੰ ਭਾਰੀ ਤੋਪਖਾਨੇ ਦਾ, ਫੌਜਾਂ ਦਾ, ਧਰਤੀ ਦਾ, ਸ਼ਾਹੀ ਖਜ਼ਾਨੇ ਦਾ, ਇੱਕੋ ਅਰਦਾਸ ਆਸਰਾ ਮੇਰਾ ਦੀਵਾਨੇ ਦਾ, ਹਾਜ਼ਰ ਜੋ ਸਮਝਣ ਗੁਰ ਨੂੰ ਜਾਂਦੇ ਵਿੱਚ ਘਾਟੇ ਨਹੀਂ, ਮਰਦਾਂ ਦੀ ਮੰਜ਼ਲ ਰਾਜਾ ਟੁੱਟਦੀ ਅਡਵਾਟੇ ਨਹੀਂ। ਇਹ ਜਵਾਬ ਸੀ ਜਥੇਦਾਰ ਅਕਾਲੀ ਫੂਲਾ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਨੂੰ ਕਿ ਅਸੀਂ ਅਰਦਾਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤੁਰੇ ਹਾਂ, ਜਿੱਤ ਯਕੀਨੀ ਹੈ, ਖਾਲਸਾ ਕਦੀ ਤੋਪਖਾਨੇ ਦਾ ਇੰਤਜ਼ਾਰ ਨਹੀਂ ਕਰੇਗਾ। ਉਹਨਾਂ ਨੇ ਘੋੜਾ ਠੇਲ ਦਿੱਤਾ ਸੀ ਤੇ ਦਰਿਆ ਨੇ ਵੀ ਮਾਰਗ ਦੇ ਦਿੱਤਾ।
ਨਸ਼ਹਿਰੇ ਦੀ ਲਹੂ ਡੋਲਵੀਂ ਲੜਾਈ ਵਿੱਚ ਭਾਵੇਂ ਜਥੇਦਾਰ ਅਕਾਲੀ ਜੀ ਸ਼ਹਾਦਤ ਦਾ ਸ਼ਹੀਦੀ ਦਾ ਜਾਮ ਪ੍ਰਾਪਤ ਕਰ ਗਏ, ਪਰ ਖਾਲਸਾ ਪੰਥ ਦੀਆਂ ਨੀਹਾਂ ਹੱਦਾਂ ਜਿਹੜੀਆਂ ਮਜ਼ਬੂਤ ਕਰਕੇ ਹੋਰ ਵਧਾ ਗਏ। ਇਸ ਖਾਲਸਾ ਪੰਥ ਦੀ ਜਿੱਤ ਨੇ ਸਦਾ ਵਾਸਤੇ ਜਿਹੜੇ ਬੜੇ ਲੜਾਕੇ ਸਮਝੇ ਜਾਣੇ ਸਰ ਪਠਾਨ, ਉਹਨਾਂ ਦਾ ਲੱਕ ਤੋੜ ਕਰਕੇ ਰੱਖ ਦਿੱਤਾ। ਸੰਮਤ 1818 ਦੇ ਅੰਦਰ ਇਹ ਮਹਾਨ ਯੁੱਧ ਹੋਇਆ ਮਾਰਚ ਮਹੀਨੇ ਦੇ ਅੰਦਰ, ਤੇ ਇਸ ਗੱਲ ਨੇ, ਇਸ ਘਟਨਾ ਨੇ ਗਵਾਹੀ ਦੇ ਦਿੱਤੀ ਕਿ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਫੌਜ ਦੀ ਅਗਵਾਈ ਕਰੇਗਾ ਤੇ ਫੌਜਾਂ ਹਾਰਨਗੀਆਂ, ਨਹੀਂ ਉਹ ਗੱਲ ਸੱਤ ਹੋਗੀ। ਇਸੇ ਤਰ੍ਹਾਂ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਵਿਚਾਰਿਆ ਹੈ ਕਿ ਜਰਨੈਲ ਹੋਰ ਸਾਧੂ ਮਹਾਤਮਾ ਦੇ ਰੂਪ ਵਿੱਚ ਬਹੁਤ ਭੇਜ ਕੇ ਘੱਲ ਕੇ ਵੇਖ ਲਏ ਨੇ, ਉਹਨਾਂ ਕੋਲੋਂ ਗੱਲ ਨਹੀਂ ਬਣੀ। ਤਾਣੀ ਇੰਨੀ ਉਲਝ ਚੁੱਕੀ ਹੈ ਕਿ ਹੁਣ ਸਾਨੂੰ ਖੁਦ ਹੀ ਜਾਣਾ ਪਵੇਗਾ ਉਸ ਨੂੰ ਸੁਧਾਰਨ ਵਾਸਤੇ। ਹਾਲ ਕਿਹੋ ਜਿਹਾ ਸੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੁੱਛ ਕੇ ਵੇਖੀਏ। ਗੁਰੂ ਨਾਨਕ ਦੇ ਪਾਤਸ਼ਾਹ ਦੇ ਬਚਨਾਂ ਦੀ ਹੀ ਉਹਨਾਂ ਨੇ ਵਿਆਖਿਆ ਕੀਤੀ ਹੈ। ਕੱਲ ਆਏ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਕ ਪਾਪ ਕਮਾਮਦੇ ਉਲਟੀ ਵਾੜ ਖੇਤ ਕੋ ਖਾਈ। ਰਾਜੇ ਪਾਪ ਕਰਮ ਕਰਦੇ ਨੇ ਤੇ ਪ੍ਰਜਾ ਅੰਧੀ ਗਿਆਨ ਬਿਨ ਕੂੜਕ ਸਤ ਮੁਖੋਂ ਅਲਾਈ। ਤੇ ਧਾਰਮਿਕ ਖੇਤਰ ਵਿੱਚ ਕੀ ਕੁਛ ਹੋ ਰਿਹਾ ਹੈ? ਚੇਲੇ ਸਾਜ ਵਜਾਇਨ ਦੇ ਨੱਚਣ ਗੁਰੂ ਬਹੁ ਵਿਦ ਭਾਈ, ਸੇਵਕ ਬੈਠਣ ਘਰਾਂ ਵਿੱਚ ਗੁਰੂ ਉੱਠ ਘਰੀ ਤੇ ਨਾੜੇ ਜਾਈ। ਘਰ ਦੇ ਵਿੱਚ ਸਮਾਜਿਕ ਹਾਲਾਤ ਕਿਹੋ ਜਿਹੇ ਸਨ ਉਸ ਦਾ ਵੀ ਜ਼ਿਕਰ ਭਾਈ ਸਾਹਿਬ ਜੀ ਨੇ ਕੀਤਾ ਹੈ ਕਿ ਇਸਤਰੀ ਪੁਰਖੇ ਦਾਮ ਹਿਤ ਭਾਵੇਂ ਆਏ ਕਥਾਉ ਜਾਹੀ, ਕਾਜੀ ਹੋਏ ਰਿਸ਼ਤ ਵੀ ਵੱਡੀ ਲੈ ਕੇ ਹੱਕ ਗਵਾਈ। ਕਾਜੀ ਜਿਨ੍ਹਾਂ ਨੇ ਨਿਆਂ ਦੇਣਾ ਸੀ ਉਹਨਾਂ ਦਾ ਵੀ ਐਸਾ ਬੁਰਾ ਹਾਲ ਹੋ ਗਿਆ, ਵਰਤਿਆ ਪਾਪ ਸਬਸ ਜਗ ਮਾਹੀ। ਸਾਰੇ ਸੰਸਾਰ ਦੇ ਅੰਦਰ ਜਦੋਂ ਪਾਪ ਦਾ ਬੋਲ ਬਾਲਾ ਹੋਇਆ, ਫਿਰ ਸੁਣੀ ਪੁਕਾਰ ਦਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਚਰਨ ਧੋਏ ਰਹਿ ਰਾਸ ਕਰ ਚਰਨਾ ਮ੍ਰਿਤ, ਗੁਰਸਿੱਖਾਂ ਪਿਲਾਇਆ। ਪਾਰ ਬ੍ਰਹਮ ਪੂਰਨ ਬ੍ਰਹਮ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਸਨੇ ਆਪਣੇ ਆਪ ਨੂੰ ਫਿਰ ਸੰਸਾਰ ਦੇ ਵਿੱਚ ਪ੍ਰਗਟ ਕੀਤਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਐਸਾ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਲਯੁਗ ਬਾਬੇ ਤਾਰਿਆ, ਸਤ ਨਾਮ ਪੜ ਮੰਤਰ ਸੁਨਾਇਆ। ਕਲ ਤਾਰਨ ਗੁਰੂ ਨਾਨਕ ਆਇਆ, ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਆਏ। ਬਾਕੀ ਔਲੀਏ ਅਵਤਾਰ ਪੀਰ ਪੈਗੰਬਰ ਸਾਧਨਾ ਤੋਂ ਬਾਅਦ ਫਿਰ ਕਿਤੇ ਨਾ ਕਿਤੇ ਬੈਠ ਜਾਂਦੇ ਨੇ ਡੇਰਾ ਬਣਾ ਕੇ। ਜਦੋਂ ਕੋਈ ਸ਼ਕਤੀ ਕੋਈ ਸੱਤਿਆ ਆ ਜਾਏ, ਲੋਕ ਉਹਨਾਂ ਦੀ ਪੂਜਾ ਕਰਨ ਵਾਸਤੇ ਪਹੁੰਚ ਜਾਂਦੇ ਨੇ। ਪਰ ਗੁਰੂ ਨਾਨਕ ਦੇ ਪਾਤਸ਼ਾਹ ਨੇ ਐਸਾ ਨਹੀਂ ਕੀਤਾ। ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਪਹਿਲਾਂ ਪਾਇਆ ਬਾਬੇ ਬਖਸ਼ਦਾਰ, ਪਿੱਛੋਂ ਦੇ ਕਰ ਘਾਲ ਕਮਾਈ। ਰੇਤ ਅੱਖ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ। ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਨਿਆਈ। ਬਾਬਾ ਪੈਂਦਾ ਸੱਚਖੰਡ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਚਲੇ ਗਏ। ਨਾਮ ਨੌ ਨਿਧ ਨਾਮ ਗਰੀਬੀ ਪਾਈ, ਮਹਾਨ ਦਾਤ ਪ੍ਰਾਪਤ ਹੋ ਗਈ। ਫਿਰ ਕੀ ਤੱਕਿਓ ਨੇ? ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਬਾਬੇ ਗੁਰੂ ਨਾਨਕ ਦੇ ਪਾਤਸ਼ਾਹ ਨੂੰ ਸਾਰੀ ਲੁਕਾਈ ਫਿਰ ਵਿਸ਼ਿਆਂ ਵਿਕਾਰਾਂ ਔਗਣਾ ਗੁਨਾਹਾਂ ਤੇ ਬਦੀਆਂ ਵਿੱਚ ਸੜਦੀ ਹੋਈ ਨਜ਼ਰ ਆਈ। ਬਾਝੋਂ ਗੁਰੂ ਗਵਾਰ ਹੈ ਕਰਦੀ ਸੁਣੀ ਲੁਕਾਈ। ਉਸ ਸਮੇਂ ਫਿਰ ਗੁਰੂ ਨਾਨਕ ਦੇ ਪਾਤਸ਼ਾਹ ਦੇ ਕੋਲੋਂ ਨਹੀਂ ਰਿਹਾ ਗਿਆ। ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੇ ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਚੜਿਆ ਸੋਧਨ ਧਰਤ ਲੁਕਾਈ। ਆਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਗੁਰੂ ਨਾਨਕ ਦੇ ਪਾਤਸ਼ਾਹ ਦੇ ਸਰੂਪ ਵਿੱਚ ਪ੍ਰਗਟ ਹੋ ਕਰਕੇ ਜੋਤੀ ਰੂਪ ਆਪ ਅਖਵਾਇਆ ਹੈ। ਜੋਤ ਰੂਪ ਹਰਿ ਆਪ ਜਿਹੜਾ ਅਕਾਲ ਪੁਰਖ ਵਾਹਿਗੁਰੂ ਪ੍ਰਕਾਸ਼ ਦਾ ਸੋਮਾ ਤੇ ਪ੍ਰਕਾਸ਼ ਸਰੂਪ ਹੈ, ਉਸ ਹਰੀ ਆਪ ਨੇ ਖੁਦ ਗੁਰੂ ਨਾਨਕ ਦੇ ਪਾਤਸ਼ਾਹ ਦੇ ਸਰੂਪ ਵਿੱਚ ਪ੍ਰਗਟ ਹੋ ਕਰਕੇ ਗੁਰੂ ਨਾਨਕ ਕਹਾਇਓ। ਸਹਿਬ ਗੁਰੂ ਨਾਨਕ ਦੇ ਪਾਤਸ਼ਾਹ ਅਖਵਾਇਆ ਹੈ। ਅਕਾਲ ਪੁਰਖ ਦਾ ਨਾਮ ਹੀ ਗੁਰੂ ਨਾਨਕ ਹੈ। ਤਾਤੇ ਅੰਗਦ ਪਇਓ, ਤਤ ਸਿਉ ਤਤ ਮਿਲਾਇਓ। ਤਾਤੇ ਤਿਸ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਤੋਂ। ਅੰਗਦ ਜਿਨ੍ਹਾਂ ਦਾ ਪਹਿਲਾ ਨਾਮ ਪਾਵਨ ਸ਼੍ਰੀ ਲਹਿਣਾ ਜੀ ਹੈ, ਜਿਨ੍ਹਾਂ ਨੇ ਲਗਭਗ 7 ਤੋਂ 8 ਸਾਲ ਸਹਿਬ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਰਹਿ ਕਰਕੇ ਪਾਵਨ ਧਰਤੀ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਘਾਲਣਾ ਘਾਲੀ।
ਅਨੇਕਾਂ ਪ੍ਰੀਖਿਆਵਾਂ ਤੋਂ ਬਾਅਦ, ਕਸਵੱਟੀਆਂ ਤੋਂ ਬਾਅਦ ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਆਪ ਬਖਸ਼ਿਸ਼ ਕਰ ਦਿੱਤੀ ਹੈ, ਜਿਸ ਦਾ ਜ਼ਿਕਰ ਪਾਵਨ ਬਾਣੀ ਅੰਦਰ ਵੀ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਵੀ ਕੀਤਾ ਹੈ। ਗੁਰਮੁਖ ਪਿਆਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਕੀਰਤਨੀਏ ਰਾਗੀ ਸਿੰਘ ਭਾਈ ਸੱਤਾ ਤੇ ਭਾਈ ਬਲਵੰਡਾ ਜੀ, ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੇ ਸਹਿ ਟਿੱਕਾ ਦਿੱਤੋ ਸਜੀਵ ਦੇ। ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੇ ਆਪਣੀ ਹਯਾਤੀ ਦੇ ਅੰਦਰ ਹੀ ਸਹਿ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਵਰਸਾ ਦਿੱਤਾ ਹੈ, ਆਪਣਾ ਆਪਾ ਟਿਕਾ ਦਿੱਤਾ ਹੈ। ਤਾਤੇ ਅੰਗਦ ਭਇਓ ਤਿਸ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਤੋਂ ਸਹਿ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੂਸਰੇ ਸਤਿਗੁਰੂ ਭਇਓ ਦਾ ਅਰਥ ਹੈ ਹੋਏ। ਤਤ ਸਿਉ ਤਤ ਮਿਲਾਇਓ, ਕਦੋਂ ਗੁਰੂ ਬਣੇ? ਜਦੋਂ ਤਤ ਦਾ ਅਰਥ ਹੈ ਆਤਮਾ, ਪਰਮ ਤਤ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ। ਗੁਰੂ ਨਾਨਕ ਦੇ ਪਾਤਸ਼ਾਹ ਨੇ ਤਤ ਸਿਉ ਤਤ ਮਿਲਾਇਓ, ਜਦੋਂ ਆਪਣੀ ਆਤਮਾ ਨੂੰ ਪਾਵਨ ਸ਼੍ਰੀ ਲਹਿਣਾ ਜੀ ਦੀ ਆਤਮਾ ਵਿੱਚ ਮਿਲਾ ਕਰਕੇ ਸਹਿ ਗੁਰੂ ਅੰਗਦ ਦੇ ਪਾਤਸ਼ਾਹ ਬਣਾ ਦਿੱਤਾ, ਅਥਵਾ ਸਹਿ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਪਾਵਨ ਆਤਮਾ ਨੂੰ ਤਤ ਮਿਲਾਇਓ ਵਾਹਿਗੁਰੂ ਜੀ ਦੇ ਵਿੱਚ ਅਭੇਦ ਕਰ ਦਿੱਤਾ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜਿਵੇਂ ਜੋਤੀ ਜੋਤ ਮਲਾਇਕ ਹੈ, ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਰੂਪ ਵਟਾਇਆ ਨਾ, ਇਸੇ ਤਰ੍ਹਾਂ ਹੀ ਜਦੋਂ ਇਹ ਬਖਸ਼ਿਸ਼ ਦਾਤ ਪ੍ਰਾਪਤ ਹੋਈ, ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ। ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਆਪ ਪਹੁੰਚੇ ਪਰਮ ਸੇਵਕ ਸਾਹਿਬ ਬਾਬਾ ਅਮਰਦਾਸ ਸਾਹਿਬ ਜੀ, ਜਿਨ੍ਹਾਂ ਦੇ ਉੱਪਰ ਅੰਗਦ ਕਿਰਪਾ ਧਾਰ। ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੇ ਕਿਰਪਾ ਧਾਰੀ, ਕਿਰਪਾ ਕੀਤੀ, ਰਹਿਮਤ ਕੀਤੀ ਬਖਸ਼ਿਸ਼ ਕਰਕੇ। ਅਮਰ ਸਤਿਗੁਰ ਥਿਰ ਕੀਓ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਮਹਾਨ ਗੁਰਤਾ ਗੱਦੀ ਦੇ ਸਿੰਘਾਸਨ ਤੇ ਥਿਰ ਕੀਓ, ਸਥਿਤ ਕਰ ਦਿੱਤਾ ਹੈ, ਅਸਥਾਪਨ ਕਰ ਦਿੱਤਾ, ਟਿਕਾ ਦਿੱਤਾ, ਵਿਰਾਜਮਾਨ ਕਰ ਦਿੱਤਾ। ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਆਓ। ਤੀਜੇ ਪਾਤਸ਼ਾਹ ਸੇਵਾ ਤੇ ਸਿਮਰਨ ਦੇ ਪੁੰਜ ਘਾਲੀ ਮਹਾਂਪੁਰਖ ਬਿਰਧ ਅਵਸਥਾ ਵਿੱਚ ਘਾਲਣਾ ਘਾਲਣ ਵਾਲੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਜਿਹੜਾ ਅੰਮ੍ਰਿਤ ਛਤਰ ਸੀ ਨਾ, ਅੰਮ੍ਰਿਤ ਦਾ ਅਰਥ ਇੱਥੇ ਜਿਹੜਾ ਕਦੀ ਨਾਸ਼ ਹੋਣ ਵਾਲਾ ਨਹੀਂ, ਅਮਰ ਛਤਰ ਹੈ। ਦੁਨੀਆ ਦੇ ਬਾਦਸ਼ਾਹਾਂ ਦੇ ਸਿਰਾਂ ਦੇ ਉੱਪਰ ਵੀ ਛਤਰ ਸਨ। ਕਲਗੀਧਰ ਪਾਤਸ਼ਾਹ ਨੇ ਜ਼ਿਕਰ ਕੀਤਾ, ਵੱਡੇ ਵੱਡੇ ਛਤਰਧਾਰੀ छत्र ही की छाया कई कोसलो चलत है, बड़े बड़े राजन के दावत फिरत देश, बड़े बड़े राजन के द्रब को दलत है। ਇਹੋ ਜਿਹੇ ਛਤਰਧਾਰੀ ਜਿਹੜੇ ਸਨ ਅਖੀਰ ਛਤਰਾਂ ਦੇ ਸਮੇਤ ਸੰਸਾਰ ਤੋਂ ਗਮਨ ਕਰ ਗਏ। ਪਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਜਿਹੜਾ ਛਤਰ ਦਿੱਤਾ ਨਾ ਗੁਰੂ ਰਾਮਦਾਸ ਸਾਹਿਬ ਨੂੰ, ਉਹ ਅਮਰ ਛਤਰ ਹੈ, ਉਹ ਬਖਸ਼ਿਸ਼ ਦਾ ਮਹਾਨ ਛਤਰ। ਗੁਰ ਰਾਮੇ ਦਿਓ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਦਿਓ ਦੇ ਦਿੱਤਾ, ਬਖਸ਼ਿਸ਼ ਕਰ ਦਿੱਤਾ। ਗੁਰ ਰਾਮਦਾਸ ਦਰਸ਼ਨ ਪਰਸ ਕਹੇ ਮਥੁਰਾ ਅੰਮ੍ਰਿਤ ਬੈਨ। ਮਥੁਰਾ ਭੱਟ ਸਾਹਿਬ ਦਾ ਨਾਮ ਹੈ, ਅਮਰ ਸ਼ਹੀਦ ਭੱਟ ਮਥੁਰਾ ਜੀ ਕਹਿ ਰਹੇ ਨੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਦਰਸ਼ਨ ਪਰਸ। ਦਰਸ਼ਨ ਜਿਹੜਾ ਪਰਸਨ ਆ ਨਾ, ਸਾਰੇ ਫਲਾਂ ਨੂੰ ਦੇਣ ਵਾਲਾ ਹੈ, ਪਾਰਸ ਦੀ ਤਰ੍ਹਾਂ ਸਾਹਿਬਾਂ ਦਾ ਦਰਸ਼ਨ ਹੈ। ਕਹਿ ਮਥੁਰਾ ਅੰਮ੍ਰਿਤ ਬੈਨ। ਪ੍ਰਾਤਨ ਪਾਠ ਇਹ ਹੈ ਅੰਮ੍ਰਿਤ ਬੱਬੇ ਦੇ ਨਾਲ, ਪਰ ਆਮ ਅੱਜ ਕੱਲ੍ਹ ਸਰੂਪਾਂ ਦੇ ਵਿੱਚ ਮੰਮੇ ਨਾਲ ਹੀ ਚੱਲਦਾ ਹੈ। ਅੰਮ੍ਰਿਤ ਬੈਨ, ਬੈਨ ਦਾ ਅਰਥ ਹੈ ਬਚਨ। ਭੱਟ ਮਥੁਰਾ ਜੀ ਕਹਿ ਰਹੇ ਨੇ ਕਿ ਇਹ ਅੰਮ੍ਰਿਤ ਬੈਨ ਅੰਮ੍ਰਿਤ ਬਚਨ ਨੇ, ਅਮਰ ਬਚਨ ਨੇ ਸਤਿਗੁਰੂ ਪਾਤਸ਼ਾਹ ਜੀ ਦੀ ਮਹਿਮਾ ਦੇ ਵਿੱਚ। ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜਨ ਪਿੱਖੋ ਨੈਣ। ਭੱਟ ਮਥੁਰਾ ਜੀ ਕਥਨ ਕਰ ਰਹੇ ਨੇ ਮੂਰਤਾਂ ਤਾਂ ਪੰਜ ਨੇ, ਸਰੂਪ ਪੰਜ ਨੇ। ਮੂਰਤ ਪੰਚ, ਪੰਚ ਦਾ ਅਰਥ ਹੁੰਦਾ ਹੈ ਮਹਾਨ ਮਹਾਂਪੁਰਖ। ਮੂਰਤ ਪੰਚ, ਪੰਜਵੇਂ ਸਰੂਪ ਦੇ ਅੰਦਰ ਪ੍ਰਮਾਨ ਪੁਰਖ। ਪ੍ਰਮਾਨ ਦਾ ਅਰਥ ਹੈ ਸਦਰਸ਼। ਜਿਵੇਂ ਪਹਿਲੇ ਚਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹਨ,
ਉਹਨਾਂ ਦੇ ਪ੍ਰਮਾਣ ਸਦਰਸ਼ ਹੀ ਪੁਰਖ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਗੁਰ ਅਰਜਨ ਪਿੱਖੋ ਨੈਣ। ਹੈ ਭਾਈ ਜਨੋ ਭੱਟ ਸਾਹਿਬਾਨੋ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪਿੱਖੋ ਵੇਖੋ ਨੈਣ ਨੇਤਰਾਂ ਕਰਕੇ। ਨੈਣਾਂ ਦੇ ਦੁਆਰਾ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਦੀਦਾਰ ਕਰੋ। ਜਿਹੜੇ ਨੈਣ ਭੱਟ ਮਥੁਰਾ ਜੀ ਦੇ ਕੋਲ ਨੇ, ਉਹਨੇ ਦਿਵ ਦ੍ਰਿਸ਼ਟੀ ਦੇ ਨੈਣ, ਜਿਨ੍ਹਾਂ ਨੂੰ ਸਾਹਿਬਾਂ ਕਿਹਾ ਨਾਨਕ ਸੇ ਅਖੜੀਆਂ ਬਿਆਨ, ਜਿਨੀ ਦਿਸੰਦੋ ਮਹਾ ਪਿਰੀ। ਮੇਰਾ ਪਿਰੀ ਪਤੀ ਪ੍ਰਮਾਤਮਾ ਮਾਲਕ ਜਿਨ੍ਹਾਂ ਅੱਖਾਂ ਨੇ ਵੇਖਿਆ, ਉਹ ਨੇਤਰ ਮਹਾਨ ਨੇ, ਪਰ ਉਹ ਨੇਤਰ ਆ ਨਹੀਂ, ਉਹ ਨੇਤਰ ਹੋਰ ਨੇ। ਉਹਨਾਂ ਨੇਤਰਾਂ ਦੁਆਰਾ ਹੀ ਭੱਟ ਮਥੁਰਾ ਜੀ ਕਹਿ ਰਹੇ ਨੇ, ਭਾਈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਅੰਤਰਾਤਮੇ ਤੋਂ ਵੇਖੋਗੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ, ਗੁਰੂ ਨਾਨਕ ਦੇ ਪਾਤਸ਼ਾਹ ਬਾਕੀ ਸਰੂਪਾਂ ਦੇ ਅੰਦਰ ਤੁਹਾਨੂੰ ਕਿਸੇ ਤਰ੍ਹਾਂ ਦਾ ਭਿੰਨ ਭੇਦ ਵਖਰੇਵਾਂ ਤੇ ਦੂਰੀ ਨਜ਼ਰ ਨਹੀਂ ਆਏਗੀ। ਸਗੋਂ ਸਰੂਪ ਪੰਜ ਦਿਸਣਗੇ। ਉਹਨਾਂ ਪੰਜਾਂ ਦੇ ਵਿੱਚ ਜਿਹੜਾ ਪ੍ਰਕਾਸ਼ ਜੋਤ ਹੈ, ਉਹ ਇੱਕੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਜੁਲਤ ਹੋਈ ਪ੍ਰਕਾਸ਼ਮਾਨ ਹੋਈ ਤੁਹਾਨੂੰ ਦਿਸੇਗੀ। ਕਦੋਂ ਦਿਸੇਗੀ? ਜਦੋਂ ਤੁਸੀਂ ਆਪ ਉਸ ਜੋਤ ਦੇ ਨਾਲ ਜੁੜੋਗੇ। ਜਿਹੜੀ ਜੋਤ ਭੱਟ ਮਥੁਰਾ ਜੀ ਨੂੰ ਪ੍ਰਾਪਤ ਹੋਈ ਹੈ, ਜਿਸ ਜੋਤ ਦੁਆਰਾ ਪ੍ਰਕਾਸ਼ ਦੁਆਰਾ ਵੇਖ ਕੇ ਸਾਨੂੰ ਦੱਸ ਰਹੇ ਨੇ ਕਿ ਭਾਈ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਆਪ ਨੇ, ਆਪ ਹੀ ਪਰਮੇਸ਼ਰ ਨੇ ਜੀਵਾਂ ਦਾ ਉਧਾਰ ਕਰਨ ਵਾਸਤੇ ਦੁਖੀ ਮਾਨਵਤਾ ਦੀ ਫਰਿਆਦ ਸੁਣ ਕਰਕੇ ਕੁਰਾਏ ਪਈ ਹੋਈ ਲੋਕਾਈ ਨੂੰ ਭਾਉ ਭਗਤੀ ਤੇ ਬੰਦਗੀ ਦੇ ਮਾਰਗ ਤੇ ਤੋਰਨ ਵਾਸਤੇ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਉਪਰਾਲਾ ਕੀਤਾ, ਆਪ ਹੀ ਯਤਨ ਕੀਤਾ। ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਆਪਣੇ ਸਰੂਪ ਵਿੱਚ ਪ੍ਰਗਟ ਕੀਤਾ ਹੈ। ਸੋ ਐਸੇ ਦੀਨ ਦਿਆਲ ਸਾਹਿਬ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੱਕ ਮਹਿਮਾ ਕਰਦਿਆਂ ਸਾਨੂੰ ਸਮਝਾਇਆ ਕਿ ਭਾਈ ਸਰੂਪ ਪੰਜ ਨੇ, ਪਰ ਜੋਤ 오ਹਾ ਜੁਗਤ ਸਾਏ ਸੈ ਕਾਇਆ ਫੇਰ ਪਲਟੀ ਹੈ। ਜੁਗਤੀ ਨਹੀਂ ਬਦਲ ਜਾਂਦੀ, ਸਿਧਾਂਤ ਨਹੀਂ ਬਦਲ ਜਾਂਦਾ, ਪ੍ਰਕਾਸ਼ ਇੱਕੋ ਹੀ ਰਹਿੰਦਾ ਹੈ, ਸਰੂਪ ਕੇਵਲ ਬਦਲੇ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਤੇ ਵਡਿਆਈ ਕਰਦਿਆਂ ਅਮਰ ਸ਼ਹੀਦ ਭੱਟ ਮਥੁਰਾ ਜੀ ਤੇ ਭੱਟ ਕੀਰਤ ਜੀ, ਇਹ ਦੋ ਗੁਰਮੁਖ ਪਿਆਰੇ ਗੁਰਸਿੱਖ ਨੇ, ਜਿਨ੍ਹਾਂ ਦੀ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਹੈ। ਰਣ ਤੱਤੇ ਦੇ ਅੰਦਰ ਸ੍ਰੀ ਹਰਗੋਬਿੰਦਪੁਰੇ ਦੇ ਮੈਦਾਨ ਦੇ ਅੰਦਰ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ ਹੈ, ਭੱਟ ਮਥੁਰਾ ਜੀ ਤੇ ਭੱਟ ਕੀਰਤ ਜੀ। ਕਰਨੀ ਕਮਾਈ ਵਾਲੇ ਗੁਰਮੁਖ ਗੁਰਸਿੱਖ ਕਹਿ ਰਹੇ ਨੇ ਭਾਈ ਗੁਰੂ ਨਾਨਕ ਆਪ ਪਰਮੇਸ਼ਰ ਨੇ। ਅੱਜ ਕੱਲ੍ਹ ਦੇ ਪ੍ਰਚਾਰਕਾਂ ਦੇ ਸਾਨੂੰ ਮਗਰ ਨਹੀਂ ਲੱਗਣਾ ਚਾਹੀਦਾ, ਦੁਬਿਧਾ ਵਿੱਚ ਨਹੀਂ ਪੈਣਾ ਚਾਹੀਦਾ। ਗੁਰੂ ਕੀ ਬਾਣੀ ਨੂੰ ਪੁੱਛ ਲੈਣਾ ਚਾਹੀਦਾ ਹੈ ਕਿ ਗੁਰੂ ਨਾਨਕ ਕੌਣ ਹੈ। ਸਾਨੂੰ ਸਤਿਗੁਰੂ ਦੀ ਬਾਣੀ ਦੱਸੇਗੀ ਕਿ ਗੁਰੂ ਨਾਨਕ ਆਪ ਪਰਮੇਸ਼ਰ ਹੈ, ਆਪ ਅਕਾਲ ਪੁਰਖ ਵਾਹਿਗੁਰੂ ਹੈ। ਜਦੋਂ ਤਾਣੀ ਉਲਝ ਜਾਏ ਨਾ, ਫਿਰ ਸਿਆਣਾ ਜਲਾਹਿਆ ਹੀ ਉਸ ਨੂੰ ਸਹੀ ਕਰ ਸਕਦਾ ਹੈ। ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਗਏ, ਉਸ ਸਮੇਂ ਫਿਰ ਅਕਾਲ ਪੁਰਖ ਵਾਹਿਗੁਰੂ ਆਪ ਜਰਨੈਲ ਬਣ ਕੇ ਆਉਣਾ ਪਿਆ। ਉਸ ਨੇ ਫਿਰ ਆਪ ਸੰਸਾਰ ਦੀ ਸਮਾਜ ਦੀ ਅਗਵਾਈ ਕੀਤੀ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਸਾਂ ਸਰੂਪਾਂ ਦੇ ਅੰਦਰ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ। ਸਤਿਗੁਰੂ ਜੀ ਦੀ ਪਾਵਨ ਬਾਣੀ ਅਗਾਧ ਬੋਧ ਹੈ, ਤੁਸ਼ ਬੁੱਧੀ ਮਤ ਅਨੁਸਾਰ ਵਿਚਾਰ ਕਰਦਿਆਂ ਹੋਈਆਂ ਸਮੂਹ ਪ੍ਰਕਾਰ ਦੀਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫੀ ਸਤਿਗੁਰੂ ਪਾਤਸ਼ਾਹ ਜੀ, ਸਤਿਗੁਰੂ ਜੀ ਦੀ ਸੰਗਤ ਆਪ ਜੀ ਬਖਸ਼ਣਹਾਰ ਹੋ ਜੀ, ਬਖਸ਼ ਲੈਣਾ। ਅੱਗੇ ਵਾਸਤੇ ਸਮਤ ਬਖਸ਼ਣੀ ਕਿਰਪਾ ਕਰਨੀ ਜੀ। ਲੇਖੈ ਕਤਹਿ ਨ ਛੂਟੀਐ, ਖਿਨ ਖਿਨ ਭੂਲਨ ਹਾਰ। ਬਖਸ਼ਨਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਗੁਰ ਰਾਮਦਾਸ ਦਰਸ਼ਨ ਪਰਸ, ਕਹਿ ਮਥੁਰਾ ਅੰਮ੍ਰਿਤ ਬੈਨ। ਮੂਰਤ ਪੰਚ ਪਰਮਾਨ ਪੁਰਖ, ਗੁਰ ਅਰਜੁਨ ਪਿਖੋ ਨੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।